ਹੈਲਥ ਪਲਸ ਪੁਰਾਣਾ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਮੈਕਸ ਸੁਪਰ ਸਪੈਸ਼ਲਿਟੀ ਹਸਪੀਟਲ ਜੋ ਕਿ ਬਠਿੰਡਾ ਵਿਖੇ ਹੈ। ਸਾਡੀ ਟੀਮ ਨੇ ਡਾਕਟਰ ਰੋਹਿਤ ਮੋਦੀ ਜੀ ਨਾਲ ਗੱਲਬਾਤ ਕੀਤੀ ਜੋ ਕਿ ਡੀਐਮ ਕਾਰਡੀਓਲੋਜੀ ਡਾਇਰੈਕਟਰ ਮੈਕਸ ਸੁਪਰ ਸਪੈਸ਼ਲਿਟੀ ਹਸਪੀਟਲ ਨੇ। ਡਾਕਟਰ ਰੋਹਿਤ ਮੋਦੀ ਜੀ ਦਿਲ ਦੇ ਮਰੀਜ਼ਾਂ ਲਈ ਇੱਕ ਵਰਦਾਨ ਨੇ। ਸਮੇਂ-ਸਮੇਂ ਤੇ ਡਾਕਟਰ ਰੋਹਿਤ ਮੋਦੀ ਜੀ ਸਾਡੇ ਪੰਜਾਬ ਪਲਸ ਦੀ ਟੀਮ ਨੂੰ ਹੈਲਥ ਟਿਪਸ ਦਿੰਦੇ ਰਹਿੰਦੇ ਨੇ। ਆਓ ਕਰਦੇ ਹਾਂ ਗੱਲਬਾਤ ਡਾਕਟਰ ਰੋਹਿਤ ਮੋਦੀ ਜੀ ਦੇ ਨਾਲ। ਦਰਸ਼ਕੋ, ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਡਾਕਟਰ ਰੋਹਿਤ ਮੋਦੀ, ਇੱਕ ਐਸਾ ਨਾਮ ਜਿਹਨੇ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਅਬਾਊਟ 7-8 ਸਾਲਾਂ ਦੇ ਵਿੱਚ ਮਾਲਵਾ ਰੀਜਨ ਦੇ ਵਿੱਚ ਇੰਟਰਵੈਂਸ਼ਨਲ ਕਾਰਡੀਓਲੋਜੀ ਦੇ ਵਿੱਚ ਆਪਣਾ ਨਾਮ ਜਿਹੜਾ ਬਹੁਤ ਅੱਗੇ ਲੈ ਕੇ ਗਏ ਨੇ। ਔਰ ਕੇਵਲ ਪੰਜਾਬ ਹਰਿਆਣਾ ਹੀ ਨਹੀਂ ਬਲਕਿ ਰਾਜਸਥਾਨ ਦੀ ਆਪਾਂ ਗੱਲ ਕਰ ਲਈਏ, ਅਸੀਂ ਬਠਿੰਡੇ ਵਿਖੇ ਬੈਠੇ ਹਾਂ ਮੈਕਸ ਹਸਪੀਟਲ ਬਠਿੰਡਾ, ਜਿੱਥੇ ਦੇ ਡਾਇਰੈਕਟਰ ਨੇ। ਔਰ ਇਹਦੇ ਨਾਲ ਨਾਲ ਲੱਗਦਾ ਜਿਹੜਾ ਵੀ ਏਰੀਆ ਹੈਗਾ, ਹਨੂੰਮਾਨਗੜ੍ਹ ਦਾ ਏਰੀਆ ਹੋ ਗਿਆ, ਰਾਜਸਥਾਨ ਦੇ ਹੋਰ ਏਰੀਆ ਹੋ ਗਏ, ਸਰਸਾ ਹੋ ਗਿਆ, ਈਵਨ ਗੰਗਾਨਗਰ ਤੱਕ ਜਿਹੜੇ ਪੇਸ਼ੈਂਟ ਆ ਡਾਕਟਰ ਸਾਹਿਬ ਕੋਲ ਆਉਂਦੇ ਆ। ਡਾਕਟਰ ਸਾਹਿਬ ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਡਾਕਟਰ ਸਾਹਿਬ, ਕਿੱਦਾਂ ਤੁਸੀਂ ਆਪਣਾ ਸਫ਼ਰ ਸ਼ੁਰੂ ਕੀਤਾ ਔਰ ਕਿੱਦਾਂ ਜੇ ਇਸ ਮੁਕਾਮ 'ਤੇ ਪਹੁੰਚੇ ਹੋ ਕਿ ਅਮਰੀਕਾ ਦੇ ਵਿੱਚ ਜਾ ਕੇ ਵੀ ਜਿਹੜਾ ਹੈਗਾ ਤੁਹਾਡੇ ਲੈਕਚਰਸ ਉਹ ਲਗਵਾ ਰਹੇ ਨੇ, ਔਰ ਜਿਸ ਤਰੀਕੇ ਦੇ ਨਾਲ ਤੁਸੀਂ ਉਹ ਪੇਸ਼ੈਂਟ ਜਿਹੜੇ ਬਿਲਕੁਲ ਸਰਜਰੀ ਦੇ ਉੱਤੇ ਸੀਗਾ ਵੀ ਸਰਜਰੀ ਹੋਊਗੀ ਉਹਨਾਂ ਪੇਸ਼ੈਂਟਸ ਨੂੰ ਵੀ ਤੁਸੀਂ ਆਪਣੀ ਕਲਾ ਦੇ ਨਾਲ ਜਿਹੜਾ ਹੈਗਾ ਇੱਕ ਜ਼ਿੰਦਗੀ ਦਿੱਤੀ ਹੈ, ਕੀ ਕਹਿਣਾ ਚਾਹੋਗੇ? ਤੁਹਾਡੀ ਆਬਜ਼ਰਵੇਸ਼ਨ ਬਿਲਕੁਲ ਠੀਕ ਹੈ ਸਰ। ਇਸ ਤਰ੍ਹਾਂ ਹੈ ਕਿ ਮੈਨੂੰ ਇੱਥੇ 7-8 ਸਾਲ ਹੋ ਗਏ ਹਨ ਇੱਥੇ ਕੰਮ ਕਰਦੇ ਨੇ। ਇਸ ਦੇ ਦੌਰਾਨ ਅਸੀਂ ਇੱਥੇ ਨਵੀਂ ਕੈਥ ਲੈਬ ਲਗਾ ਕੇ, ਇੱਕ ਫਿਲਿਪਸ ਦੀ ਨਵੀਂ ਕੈਥ ਲੈਬ ਜਿਹੜੀ ਕਿ ਲੇਟੈਸਟ ਉਸ ਸਮੇਂ ਆਈ ਸੀ, F10 ਬੋਲਦੇ ਆ ਉਹਨੂੰ, ਉਹਦੇ ਨਾਲ ਅਸੀਂ ਆਪਣੇ ਕੰਮ ਸ਼ੁਰੂ ਕੀਤਾ ਇੱਥੇ। ਹੌਲੀ ਹੌਲੀ ਜਿਹੜਾ ਹੈ ਕੰਮ ਵੱਧਦਾ ਗਿਆ। ਅਸੀਂ ਕਈ ਐਸੇ ਕੰਮ ਕੀਤੇ ਜਿਹੜੇ ਇੰਟਰਵੈਂਸ਼ਨਲ ਕਾਰਡੀਓਲੋਜੀ ਦੇ ਇੱਥੇ, ਜਿਹੜੇ ਕਿ ਇੰਡੀਆ ਦੇ ਵਿੱਚ ਪਹਿਲੀ ਵਾਰੀ ਹੋਏ, ਨਾ ਕੇਵਲ ਮਾਲਵਾ ਰੀਜਨ ਦੇ ਵਿੱਚ ਬਟ ਈਵਨ ਇੰਡੀਆ। ਕੁਝ ਪ੍ਰੋਸੀਜਰ ਇਸ ਤਰ੍ਹਾਂ ਦੇ ਵੀ ਕੀਤੇ ਹਨ ਜਿਹੜੇ ਕਿ ਇੰਡੀਆ ਦੇ ਵਿੱਚ ਵੀ ਪਹਿਲੀ ਵਾਰੀ ਹੋਏ ਹੈ। ਅਤੇ ਮੇਰੇ ਇਸ ਸਮੇਂ ਮੇਰੇ ਜੋ ਕੋਲ ਜਿਹੜਾ ਹੈ ਪਹਿਲੀ ਵਾਰ ਕਰਨ ਵਾਲੇ ਕਈ ਪ੍ਰੋਸੀਜਰ ਸਾਹਮਣੇ ਆਉਂਦੇ ਹਨ। ਇਹਦੇ ਵਿੱਚ ਸਾਡੀ ਜਿਹੜੀ ਜਰਨੀ ਸ਼ੁਰੂ ਹੋਈ ਇੰਟਰਵੈਂਸ਼ਨਲ ਕਾਰਡੀਓਲੋਜੀ, ਉਹ ਅਸੀਂ ਕੋਰੋਨਰੀ ਆਰਟਰੀਜ਼ ਦੇ ਨਾਲ ਕਰਦੇ ਹਾਂ। ਜਿਵੇਂ ਕਿ ਤੁਸੀਂ ਸਮਝਦੇ ਹੋ ਸਾਰੇ ਕਿ ਲੋਕ ਸਟੈਂਟ ਪਾਉਣ ਦਾ ਜਿਹੜਾ ਪ੍ਰਕਿਰਿਆ ਹੁੰਦੀ ਹੈ, ਕੋਰੋਨਰੀ ਆਰਟਰੀਜ਼ ਜਿਹੜੀਆਂ ਅਸੀਂ ਕਰਦੇ ਹਾਂ। ਉਸ ਤੋਂ ਵੱਧਦੇ ਅਸੀਂ ਆਪਣੀ ਜਿਹੜੀ ਜਰਨੀ ਨੂੰ ਹੈ ਉਹ ਸਟਰਕਚਰਲ ਹਾਰਟ ਡਿਜ਼ੀਜ਼ ਤੱਕ ਲੈ ਗਏ, ਜਿੱਥੇ ਅਸੀਂ ਜਿਹੜੇ ਕੰਮ ਸਰਜਨ ਕੀਤੇ ਕਰਦੇ ਸੀ, ਵਾਲਵਸ ਪਾਉਂਦੇ ਸੀ ਸਰੀਰ ਦੇ ਵਿੱਚ, ਅਤੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਸੀ ਇਹ ਹੁਣ ਅਸੀਂ ਕੈਥ ਲੈਬ ਦੇ ਵਿੱਚ ਕਰਨ ਲੱਗ ਗਏ ਹਾਂ। ਅਤੇ ਇਟ ਇਜ਼ ਏ ਜਰਨੀ ਫॉर ਅਸ ਫॉर ਇੰਟਰਵੈਂਸ਼ਨਲ ਕਾਰਡੀਓਲੋਜੀ ਫਰੋਮ ਕੋਰੋਨਰੀਜ਼ ਟੂ ਸਟਰਕਚਰਲ ਹਾਰਟ ਡਿਜ਼ੀਜ਼। ਇਹਦੇ ਵਿੱਚ ਮੋਟੇ ਤੌਰ 'ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਤੁਹਾਨੂੰ ਦੱਸਿਆ ਮੈਂ ਜਿਵੇਂ ਕਿ ਫਿਲਿਪਸ ਦੀ ਕੈਥ ਲੈਬ ਜਿਹੜੀ ਅਸੀਂ ਲਗਾਈ ਸੀਗੀ 2017 ਵਿੱਚ, 2016 ਵਿੱਚ, ਉਹ 2017 'ਚ ਲਗਵਾਈ ਸੀ। ਉਹਦੇ ਨਾਲ ਅਸੀਂ ਅੱਜ ਤੱਕ ਅਰਾਊਂਡ 3000 PTCA ਅਤੇ 6000 ਐਂਜੀਓਗ੍ਰਾਫੀਆਂ ਕਰ ਚੁੱਕੇ ਹਾਂ। ਬਹੁਤ ਕੰਪਲੈਕਸ ਪ੍ਰੋਸੀਜਰਸ ਜਿਵੇਂ ਕ੍ਰੋਨਿਕ ਟੋਟਲ ਇਕਲੂਜਨਸ, ਬਹੁਤ ਸਾਰੇ ਕਾਰਡੀਓਲੋਜਿਸਟ ਇੱਥੇ ਹੱਥ ਨਹੀਂ ਪਾਉਂਦੇ, ਉਹ ਛੱਡ ਦਿੰਦੇ ਹਨ ਜਾਂ ਸਰਜਰੀ ਵਾਸਤੇ ਛੱਡ ਦਿੰਦੇ ਹਨ। ਅਸੀਂ ਸਾਰੇ ਇਹ ਜਿਹੜਾ ਅਸੀਂ ਕੀਤਾ ਹੈ ਫਿਲਿਪਸ ਦੀ ਕੈਥ ਲੈਬ ਦੇ ਨਾਲ, ਅਸੀਂ ਐਡਵਾਂਸਡ ਟੂਲਸ ਨਾਲ ਆਪਾਂ ਲਗਾਏ ਹੈ। ਉਹਦੇ ਵਿੱਚ ਇੰਟਰਾਵਾਸਕੂਲਰ ਅਲਟਰਾਸਾਊਂਡ, IFR, ਅਤੇ ਨਾਲ ਸਾਡੇ ਕੋਲ IFR ਕੋ ਰਜਿਸਟ੍ਰੇਸ਼ਨ ਹੈ। ਮੈਂ ਤੁਹਾਨੂੰ ਹੁਣੇ ਹੀ ਸਾਰਾ ਸਮਝਾਵਾਂਗਾ ਇਹਦੇ ਵਿੱਚ। ਅਤੇ ਇਹਦੇ ਵਿੱਚ ਮੈਂ ਇਹ ਕਹਿਣਾ ਚਾਹਾਂਗਾ ਆਪਣੀ ਜਿਹੜੀ ਅਸੀਂ ਜਰਨੀ ਕੀਤੀ ਹੈ ਉਹਦੇ ਵਿੱਚ ਮੈਂ ਤੁਹਾਨੂੰ ਇਹ ਕਹਿਣਾ ਚਾਹਾਂਗਾ, ਇੱਕ ਇੰਗਲਿਸ਼ 'ਚ ਇੱਕ ਬੜੀ ਵੱਡੀ ਚਾਰਲਸ ਡਾਰਵਿਨ ਨੇ ਬੋਲਿਆ ਸੀ, ਇਹ ਕਿਹਾ ਸੀ, ਇਟ ਇਜ਼ ਨਾਟ ਦ ਸਟਰੋਂਗੈਸਟ ਆਫ ਦ ਸਪੀਸੀਜ਼ ਦੈਟ ਸਰਵਾਈਵਸ ਨੋਰ ਦ ਮੋਸਟ ਇੰਟੈਲੀਜੈਂਟ ਦੈਟ ਸਰਵਾਈਵਸ, ਇਟ ਇਜ਼ ਦ ਵਨ ਦੈਟ ਇਜ਼ ਮੋਸਟ ਅਡੈਪਟੇਬਲ ਟੂ ਚੇਂਜ। ਅਤੇ ਵੀ ਅਡੈਪਟਿਡ ਟੂ ਦ ਰੈਪਿਡਲੀ ਅਕਰਿੰਗ ਚੇਂਜਿਸ ਇਨ ਅ ਰੈਵੋਲੂਸ਼ਨਰੀ ਮੈਨਰ। ਐਂਡ ਆਈ ਵਿਲ ਡਿਸਕਸ, ਮੈਂ ਤੁਹਾਡੇ ਨਾਲ ਅੱਜ ਡਿਸਕਸ ਕਰਦਾ ਕਿ ਕਿਵੇਂ ਅਸੀਂ ਐਡਵਾਂਸਮੈਂਟਸ ਇੱਥੇ ਕੀਤੀਆਂ, ਕਿਵੇਂ ਸਾਡਾ ਸਫ਼ਰ ਰਿਹਾ। ਸਭ ਤੋਂ ਪਹਿਲਾਂ ਅਸੀਂ ਇੱਥੇ IFR ਅਤੇ IVAS ਦੋਨੋਂ ਜਿਹੜੇ ਹੈ ਕੋ ਰਜਿਸਟ੍ਰੇਸ਼ਨ ਦੇ ਨਾਲ ਸ਼ੁਰੂ ਕੀਤੇ। ਇਹ ਹਿੰਦੁਸਤਾਨ ਦੇ ਵਿੱਚ ਬਹੁਤ ਘੱਟ ਸੈਂਟਰ ਹੈਗੇ ਆ, ਈਵਨ ਪੂਰੇ ਇੰਡੀਆ ਦੇ ਵਿੱਚ 1 ਜਾਂ 2 ਸੈਂਟਰ ਦਿੱਲੀ ਵਿੱਚ ਹੈ ਜਾਂ ਇੱਕ ਅੱਧਾ ਮੁੰਬਈ ਦੇ ਵਿੱਚ ਹੈ, ਉਹਨਾਂ ਕੋਲ ਇਹ ਫੈਸਿਲਿਟੀ ਅਵੇਲੇਬਲ ਹੈ। ਮੈਂ ਇਹ ਫੈਸਿਲਿਟੀ ਜਿਹੜੀ ਹੈ ਇੱਥੇ ਮਾਲਵਾ ਰੀਜਨ ਦੇ ਵਿੱਚ ਉਪਲਬਧ ਕਰਾਈ ਸੀ, ਅਤੇ ਇਹਦੇ ਨਾਲ ਅਸੀਂ ਮਰੀਜ਼ਾਂ ਨੂੰ ਕਾਫੀ ਫਾਇਦਾ ਦਿੱਤਾ ਹੈ। ਹਾਲਾਂਕਿ ਇਹ ਚੀਜ਼ਾਂ ਕਾਫੀ ਕੋਸਟਲੀ ਮੰਨੀਆਂ ਗਈਆਂ ਹਨ, ਪਰ ਅਸੀਂ ਇੱਥੇ ਕੋਸਟ ਨੂੰ ਦੇਖਦੇ ਹੋਏ, ਲੋਕਾਂ ਦਾ ਰੀਜਨ ਦੇ ਹਿਸਾਬ ਨਾਲ ਦੇਖਦੇ ਹੋਏ
ਕਿ ਇਹਨਾਂ ਨੂੰ ਇੰਨੇ ਪੈਸੇ ਨਹੀਂ ਖਰਚ ਸਕਦੇ, ਉਹਨਾਂ ਦੇ ਹਿਸਾਬ ਨਾਲ, ਉਹਨਾਂ ਦੀ ਮੋਨੀਟਰੀ ਸਟੈਂਡਰਡ ਦੇ ਹਿਸਾਬ ਨਾਲ ਅਸੀਂ ਜਿੰਨਾ, ਕਈਆਂ ਨੂੰ ਈਵਨ ਫ੍ਰੀ ਵੀ ਕਰਕੇ ਦਿੱਤੀ ਹੈ ਇਹ ਚੀਜ਼, ਤੁਸੀਂ ਯਕੀਨ ਨਾ ਮੰਨੋ, ਅਸੀਂ ਫ੍ਰੀ ਵੀ ਕਰਕੇ ਦਿੱਤੀ ਹੈ। ਸਿਰਫ ਉਨਾ ਹੀ ਚਾਰਜ ਕਰਦੇ ਹਾਂ ਜਿੰਨਾ ਉਹਦੇ ਵਿੱਚ ਮਟੀਰੀਅਲ ਲੱਗਦਾ ਹੈ, ਜਾਂ ਵਾਇਰ ਲੱਗਦੀ ਹੈ, ਜਾਂ ਕੈਥੇਟਰ ਲੱਗਦਾ ਹੈ। ਇਸੇ ਤਰ੍ਹਾਂ ਫਿਲਿਪਸ ਦੀ ਇੱਕ ਚੀਜ਼ ਹੈ ਸਿੰਕ ਵੀਐਨ, ਉਹਨੂੰ ਕਹਿੰਦੇ ਆ। ਸਿੰਕ ਵੀਐਨ ਦੇ ਨਾਲ ਅਸੀਂ ਮੋਟੇ ਤੌਰ 'ਤੇ ਸਾਫ਼ ਤਰੀਕੇ ਨਾਲ ਦੇਖ ਸਕਦੇ ਹਾਂ ਕਿ ਬਲੂਨ ਕਿਵੇਂ ਫੈਲਿਆ ਹੈ, ਫੁੱਲ ਰਿਹਾ ਹੈ, ਸਟੈਂਟ ਦੀ ਪੋਜੀਸ਼ਨ ਕਿਸ ਤਰ੍ਹਾਂ ਹੈ, ਉਹ ਬੜੀ ਕਲੀਅਰ ਤਰੀਕੇ ਨਾਲ ਸਿੰਕ ਵੀਐਨ ਦੀ ਜਿਹੜੀ ਫੈਸਿਲਿਟੀ ਹੈ ਫਿਲਿਪਸ ਦੀ, ਉਹਦੇ ਨਾਲ ਦਿਖਦਾ ਹੈ। ਉਹ ਅਸੀਂ ਇੱਥੇ ਸ਼ੁਰੂ ਕੀਤੀ ਹੈ। ਵੈਸੇ QFR ਜਿਹੜਾ ਤੁਸੀਂ ਟਰਮ ਯੂਜ਼ ਕਰ ਰਹੇ ਹੋ, ਇਹ ਕੀ ਹੈ, ਉਹਦੇ ਬਾਰੇ ਸਾਨੂੰ ਅੱਗੇ ਸਮਝਾਓ। ਦੇਖੋ, ਜਿੱਦਾਂ ਅਸੀਂ ਕੋਈ ਵੀ ਬਲੋਕੇਜ ਅਸੀਂ ਦੇਖਦੇ ਹਾਂ ਕੋਰੋਨਰੀ ਆਰਟਰੀ ਦੇ ਵਿੱਚ ਹੁੰਦੀ ਹੈ, ਕਈ ਵਾਰ ਇਹ ਬਲੋਕੇਜ ਬਾਰਡਰਲਾਈਨ ਹੁੰਦੀ ਹੈ, ਜਿਵੇਂ ਜਿਹਨੂੰ ਅਸੀਂ ਕਹਿੰਦੇ ਹਾਂ 50% ਹੈ, 60% ਹੈ। ਦੇਖਣ ਦੇ ਵਿੱਚ ਅਸੀਂ ਦੇਖ ਕੇ ਕਹਿੰਦੇ ਹਾਂ, ਤੁਸੀਂ 2 ਡਾਕਟਰਸ ਦੇ ਕੋਲ ਜਾਓਗੇ, ਉਹ ਤੁਹਾਨੂੰ ਆਪਣਾ ਓਪੀਨੀਅਨ ਦੇਣਗੇ ਕਿ ਵੀ ਇਹਦੇ ਵਿੱਚ ਬਲੋਕੇਜ ਜਿਹੜੀ ਹੈ, ਕੋਈ ਕਹੇਗਾ ਹੈ, ਕੋਈ ਕਹੇਗਾ ਨਹੀਂ ਹੈ। ਤਾਂ ਉਹ ਇਸ ਕਰਕੇ ਵੇਰੀਏਸ਼ਨ ਆਉਂਦੀ ਹੈ ਕਿਉਂਕਿ ਅਸੀਂ ਆਪਣੇ ਅੱਖਾਂ ਦੇ ਨਾਲ ਅੰਦਾਜ਼ਾ ਲਗਾ ਕੇ ਬੋਲ ਰਹੇ ਹਾਂ, ਅਤੇ 2 ਆਦਮੀਆਂ ਦੇ ਦੇਖਣ ਦੇ ਵਿੱਚ, ਸੋਚ ਦੇ ਵਿੱਚ ਫ਼ਰਕ ਹੋ ਸਕਦਾ ਹੈ। ਇਹ QFR ਇੱਕ ਐਸੀ ਟੈਕਨੀਕ ਹੈ ਜਿਹਦੇ ਨਾਲ ਅਸੀਂ ਕੁਆਂਟੀਟੇਟਿਵਲੀ, ਕੰਪਿਊਟਰ ਦੱਸਦਾ ਸਾਨੂੰ ਕਿ ਇਹਦੇ ਵਿੱਚ ਸਟੈਂਟ ਪਾਉਣ ਦੀ ਜ਼ਰੂਰਤ ਹੈ ਜਾਂ ਨਹੀਂ। ਮੋਟੇ ਤੌਰ 'ਤੇ ਇਹਦਾ ਫੰਕਸ਼ਨ ਇਹ ਹੈ। ਅਤੇ ਅਸੀਂ ਕਿਸੇ ਵੀ ਇਹਦੀ QFR ਵੈਲਿਊ ਅਸੀਂ ਕਿਸੇ ਵੀ ਐਂਜੀਓਗ੍ਰਾਮ ਤੋਂ ਕੱਢ ਸਕਦੇ ਹਾਂ। ਤੁਸੀਂ ਕਿੱਥੋਂ ਵੀ ਬਾਹਰੋਂ ਐਂਜੀਓਗ੍ਰਾਮ ਕਰਾ ਕੇ ਸਾਡੇ ਕੋਲ ਆ ਸਕਦੇ ਹੋ, ਉਹਦੀ QFR ਵੈਲਿਊ ਦੇਖ ਸਕਦੇ ਹੋ, ਅਤੇ ਇਹ ਤੁਸੀਂ ਨੋਟ ਕਰ ਸਕਦੇ ਹੋ ਕਿ ਇਹਦੇ ਵਿੱਚ ਸਟੈਂਟ ਪਾਉਣ ਦੀ ਜ਼ਰੂਰਤ ਹੈ ਜਾਂ ਨਹੀਂ ਹੈ। ਅਤੇ ਇਹ ਸਾਡੇ ਫਸਟ ਟਾਈਮ ਜਿਹੜਾ ਹੈ ਇੰਡੀਆ ਦੇ ਵਿੱਚ ਪਹਿਲੀ ਦੂਜਾ ਜਿਹੜਾ QFR ਦੀ ਮਸ਼ੀਨ ਲੱਗੀ ਸੀ, ਉਹ ਸਾਡੀ ਇਹ ਸੌਫਟਵੇਅਰ ਹੈ, ਸੌਫਟਵੇਅਰ ਸਾਡੇ ਇੰਸਟਾਲ ਹੋਇਆ ਹੈ। ਇਹ ਸਾਰੇ ਇੰਡੀਆ ਦੇ ਵਿੱਚ ਆਲਮੋਸਟ ਪਹਿਲੀ ਵਾਰ ਹੋਇਆ ਹੈ। ਅਤੇ QFR ਦੇ ਨਾਲ ਕੰਪਿਊਟਰ ਕੁਆਂਟੀਫਾਈ ਕਰਦਾ ਹੈ ਕਿ ਜਿਹੜੀ ਹਿਊਮਨ ਆਈ ਦੇ ਨਾਲ ਅਸੀਂ ਨਹੀਂ ਦੇਖ ਸਕਦੇ, ਅਤੇ ਅਸੀਂ ਸਰਟਨਟੀ ਨਾਲ ਕਹਿ ਸਕਦੇ ਹਾਂ ਕਿ ਇਹਦੇ ਨਾਲ ਸਟੈਂਟ ਨਾਲ ਬੈਨੀਫਿਟ ਹੋਏਗਾ ਜਾਂ ਨਹੀਂ ਹੋਏਗਾ। ਉਸ ਤਰ੍ਹਾਂ ਹੀ ਸਿੰਕ ਵੀਐਨ ਦਾ ਮੈਂ ਤੁਹਾਨੂੰ ਦੱਸਿਆ ਹੈ। ਅਸੀਂ ਕਈ ਤਰ੍ਹਾਂ ਦੀਆਂ ਇੱਥੇ ਨਵੀਆਂ ਕੈਲਸੀਫਾਈਡ ਕੋਰਨਰੀਜ਼, ਜਿਵੇਂ ਕਿ ਕੋਰਨਰੀ ਆਰਟਰੀਜ਼ ਦੇ ਵਿੱਚ ਕੈਲਸ਼ੀਅਮ ਜੰਮ ਜਾਂਦਾ ਹੈ, ਉਹਨਾਂ ਵਾਸਤੇ ਨਵੀਂ ਟੈਕਨੀਕ ਸ਼ੁਰੂ ਕੀਤੀ ਹੈ। ਰੋਟਾਬਲੇਟਰ ਬਹੁਤ ਪੁਰਾਣਾ ਚੱਲ ਰਿਹਾ ਸੀ, ਅਸੀਂ ਇੱਥੇ ਆ ਕੇ ਉਹਨੂੰ ਚਲਾਇਆ। ਮਾਲਵਾ ਰੀਜਨ 'ਚ ਬਹੁਤ ਘੱਟ ਯੂਜ਼ ਹੁੰਦਾ ਸੀ। ਇਸੇ ਤਰ੍ਹਾਂ ਇੱਕ ਨਵੀਂ ਟੈਕਨੀਕ ਆਈ ਹੈ ਜਿਹਨੂੰ ਇੰਟਰਾਵਾਸਕੂਲਰ ਲਿਥੋਟ੍ਰਿਪਸੀ ਕਹਿੰਦੇ ਆ। ਉਹਦੇ ਵਿੱਚ ਅਸੀਂ ਕੈਲਸੀਫਾਈਡ ਕੋਰਨਰੀਜ਼ ਨਾਲ ਅਸੀਂ ਇੱਥੇ ਲਗਭਗ ਕੈਲਸੀਫਾਈਡ ਕੋਰਨਰੀਜ਼ ਦੇ 50 ਕੇਸ ਕੀਤੇ ਆ। ਸਾਡੇ ਕਈ ਕੇਸ ਇੱਥੋਂ ਸਿਲੈਕਟ ਹੋ ਕੇ ਵਿਦੇਸ਼ਾਂ 'ਚ ਗਏ ਹੈ। ਵਿਦੇਸ਼ਾਂ ਦੇ ਲੋਕਾਂ ਨੇ ਉਹਨਾਂ ਨੂੰ ਐਪਰੀਸ਼ੀਏਟ ਕੀਤਾ ਹੈ। ਸਾਨੂੰ ਕਈ ਵਾਰ ਜਿਹੜੇ ਹੈ ਵਿਦੇਸ਼ਾਂ 'ਚ ਜਿਹੜੀਆਂ ਸਭ ਤੋਂ ਚੰਗੀਆਂ ਜਰਨਲਸ ਹੈ, ਉਹਨਾਂ ਵਿੱਚ ਇਹ ਪਬਲਿਸ਼ ਹੋਏ ਆ। ਇਸ ਤੋਂ ਇਲਾਵਾ ਜਿਹੜੇ ਕੈਲਸੀਫਾਈਡ ਕੋਰਨਰੀਜ਼ ਤੋਂ ਇਲਾਵਾ ਅਸੀਂ ਇੱਥੇ ਸਟੈਂਟ ਗ੍ਰਾਫਟਸ ਯੂਜ਼ ਕਰਨੇ ਸ਼ੁਰੂ ਕੀਤੇ। ਸਾਡੇ ਕੋਲ ਪੇਸ਼ੈਂਟ ਆਉਂਦੇ ਆ ਜਿਨ੍ਹਾਂ ਦੀ ਐਓਰਟਾ ਹੁੰਦੀ ਹੈ। ਐਓਰਟਾ ਇੱਕ ਨਾੜੀ ਹੁੰਦੀ ਹੈ ਜਿਹੜੀ ਹਾਰਟ ਤੋਂ ਬਲੱਡ ਲੈ ਕੇ ਸਾਰੇ ਸਰੀਰ ਨੂੰ ਸਪਲਾਈ ਕਰਦੀ ਆ। ਉਹ ਜਦੋਂ ਫੁੱਲ ਜਾਂਦੀ ਹੈ, ਜਿਹਨੂੰ ਕਹਿੰਦੇ ਆ ਐਓਰਟਿਕ ਐਨਰਿਜ਼ਮ ਕਹਿੰਦੇ ਆ, ਜਾਂ ਉਹ ਫਟ ਜਾਂਦੀ ਹੈ, ਜਿਵੇਂ ਡਾਇਸੈਕਸ਼ਨ ਹੁੰਦੀ ਹੈ, ਉਹਦੇ ਵਿੱਚ ਅਸੀਂ ਕਵਰਡ ਸਟੈਂਟ ਪਾਉਂਦੇ ਹਾਂ। ਇਹ ਸਟੈਂਟ ਪਾਉਣ ਦੀ ਪ੍ਰਕਿਰਿਆ ਅਸੀਂ ਇੱਕ ਸਿੱਖ ਪੇਸ਼ੈਂਟ ਦੇ ਵਿੱਚ ਕੀਤੀ, ਜਿਹਦੇ 'ਚ ਉਹਦਾ ਆਰਟਰੀ ਹਾਰਟ ਦੀ ਫਟ ਚੁੱਕੀ ਸੀ। ਉਹ ਲਾਈਫ ਸੇਵਿੰਗ ਕੰਮ ਅਸੀਂ ਕੀਤਾ, ਉਹਨੂੰ ਰਪਚਰਡ ਐਨਰਿਜ਼ਮ ਕਹਿੰਦੇ ਆ। ਉਹਦੇ ਵਿੱਚ ਅਸੀਂ ਸਟੈਂਟ ਗ੍ਰਾਫਟ ਪਾਏ, ਅਤੇ ਇਹ ਸਾਡੇ ਜਿਹੜੇ ਹੈ ਵਿਦੇਸ਼ਾਂ ਵਿੱਚ ਗਏ। ਇਸੇ ਤਰ੍ਹਾਂ ਜਿਸ ਤਰ੍ਹਾਂ ਮੁੱਢ ਤੋਂ ਜਿਹੜੀ ਨਾੜੀ ਬਲੌਕ ਹੁੰਦੀ ਹੈ, ਜਿਹਨੂੰ ਕਹਿੰਦੇ ਲੈਫਟ ਮੇਨ ਸਟੈਂਟਿੰਗ ਕਹਿੰਦੇ ਆ, ਉਹ ਅਸੀਂ ਕਈ ਕੇਸ ਇੱਥੇ ਕੀਤੇ। ਘੱਟੋ ਘੱਟ ਨਹੀਂ ਤਾਂ ਸਾਡੀ ਸੀਰੀਜ਼ ਹੈ 40-50 ਕੇਸਿਸ ਦੀ। ਅਸੀਂ ਉਹਦੀ ਇੱਕ ਸਟੱਡੀ ਵੀ ਬਣਾ ਦਿੱਤੀ ਹੈ। ਅਸੀਂ ਇਹ ਪਹਿਲੀ ਵਾਰੀ ਇੱਥੇ ਮਾਲਵਾ ਰੀਜਨ 'ਚ ਕੀਤੀ, ਜਿਹਦੇ ਵਿੱਚ ਅਸੀਂ ਨਾਲ ਇੰਟਰਾਵਾਸਕੂਲਰ ਅਲਟਰਾਸਾਊਂਡ ਯੂਜ਼ ਕੀਤਾ, ਨਾਲ ਫਿਜ਼ੀਓਲੋਜੀ ਜਿਵੇਂ QFR ਹੁੰਦਾ, IFR ਹੁੰਦਾ, ਉਹਦੇ ਨਾਲ ਇਹਨੂੰ ਯੂਟੀਲਾਈਜ਼ ਕਰਕੇ ਅਸੀਂ ਇਹ ਜਿਹੜੀਆਂ ਪ੍ਰਕਿਰਿਆ ਇੱਥੇ ਕੀਤੀਆਂ। ਇਸੇ ਤਰ੍ਹਾਂ ਜਿਹੜੀ ਹਾਰਟ ਨੂੰ ਅੰਦਰੋਂ ਦੇਖਣ ਵਾਸਤੇ ਇੱਕ ਤਾਂ ਇੰਟਰਾਵਾਸਕੂਲਰ ਅਲਟਰਾਸਾਊਂਡ ਹੁੰਦਾ ਹੈ, ਮਤਲਬ ਅਸੀਂ ਅੰਦਰ ਅਲਟਰਾਸਾਊਂਡ ਪਾ ਦਿੰਦੇ ਹਾਂ, ਹਾਰਟ ਦੀਆਂ ਆਰਟਰੀਆਂ ਦਾ ਅਲਟਰਾਸਾਊਂਡ ਕਰਦੇ ਹਾਂ। ਉਸੇ ਤਰ੍ਹਾਂ ਅਸੀਂ ਹਾਰਟ ਦਾ CT ਸਕੈਨ ਵੀ ਕਰ ਸਕਦੇ ਹਾਂ, ਉਹਨੂੰ ਅਸੀਂ OCT ਕਹਿੰਦੇ ਹਾਂ। ਉਹ OCT ਅਸੀਂ ਪਹਿਲੀ ਵਾਰ ਇੱਥੇ ਸਟਾਰਟ ਕੀਤਾ ਹੈ। ਬਹੁਤ ਸਾਰੇ ਕੇਸਿਸ ਕੀਤੇ ਹੈ, ਖਾਸ ਕਰਕੇ ਜਿਨ੍ਹਾਂ ਮਰੀਜ਼ਾਂ ਦੇ ਵਿੱਚ ਸਟੈਂਟ ਫੇਲੀਅਰ ਹੋ ਜਾਂਦਾ ਹੈ, ਜਿਵੇਂ ਸਟੈਂਟ ਦੁਬਾਰਾ ਬਲੌਕ ਹੋ ਗਿਆ, ਉਹਨਾਂ ਮਰੀਜ਼ਾਂ ਨੂੰ ਵਾਸਤੇ ਇਹ ਇੱਕ ਬੂਨ ਹੈ, ਕਿਉਂਕਿ ਇਹ ਜਦੋਂ ਅਸੀਂ OCT ਗਾਈਡਡ ਪ੍ਰੋਸੀਜਰ ਕਰਦੇ ਹਾਂ, ਉਹਦੇ ਵਿੱਚ ਸਾਡੇ ਰਿਜ਼ਲਟ ਬਹੁਤ ਚੰਗੇ ਨੇ, ਲੌਂਗ ਟਰਮ ਰਿਜ਼ਲਟ ਬਹੁਤ ਚੰਗੇ ਆਉਂਦੇ ਹਨ। ਦੁਬਾਰਾ ਬਲੌਕੇਜ ਨਹੀਂ ਹੁੰਦੀ। ਪਰ ਇੱਕ ਗੱਲ ਸਭ ਨੂੰ ਯਾਦ ਰੱਖਣੀ ਚਾਹੀਦੀ ਹੈ ਕਿ ਕੰਪਲਿਕੇਸ਼ਨਸ ਜਿਹੜੀਆਂ ਉਹ ਐਕਸਪੀਰੀਅੰਸਡ ਹੈਂਡਸ ਦੇ ਵਿੱਚ ਘੱਟ ਹੁੰਦੀਆਂ। ਪਰ ਇੱਕ ਗੱਲ ਇਹ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਜੇ ਐਕਸਪੀਰੀਅੰਸਡ ਹੈਂਡ ਦੇ ਵਿੱਚ ਕੰਪਲਿਕੇਸ਼ਨ ਹੋ ਜਾਏ ਤਾਂ ਉਹਨੂੰ ਟਾਈਡ ਕਰਨ ਦਾ ਐਕਸਪੀਰੀਅੰਸ
ਕਾਰਡੀਓਲੋਜਿਸਟ ਹੋਣਾ ਜ਼ਰੂਰੀ ਹੈ। ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਜਿਹੜਾ ਵੀ ਪ੍ਰੋਸੀਜਰ ਕਰਾਉਣਾ ਹੈ ਐਕਸਪੀਰੀਅੰਸਡ ਹੈਂਡਸ ਤੋਂ ਕਰਾਓ, ਕਿਉਂਕਿ ਸਾਨੂੰ ਨਹੀਂ ਪਤਾ ਕਿਸ ਕੇਸ ਦੇ ਵਿੱਚ ਕੰਪਲੀਕੇਸ਼ਨ ਹੋ ਜਾਣੀ ਹੈ। ਜਿਸ ਕੇਸ ਦੇ ਵਿੱਚ ਕੰਪਲੀਕੇਸ਼ਨ ਹੋ ਜਾਂਦੀ ਹੈ ਉਹਦੇ ਵਿੱਚ ਐਕਸਪੀਰੀਅੰਸਡ ਹੈਂਡਸ ਦੀ ਜ਼ਰੂਰਤ ਹੁੰਦੀ ਹੈ। ਇਹ ਮੈਂ ਥੋੜ੍ਹਾ ਜਿਹਾ ਤੁਹਾਨੂੰ ਸੰਦੇਸ਼ ਦੇਣਾ ਚਾਹੁੰਦਾ ਸੀ। ਦੂਜੀ ਗੱਲ, ਇੱਥੇ ਸਾਡੇ ਕੇਸਿਸ ਕਈ ਅਸੀਂ CTO ਕੇਸਿਸ, ਪਰਫੋਰੇਸ਼ਨ ਦੇ ਕੇਸਿਸ, ਲੈਫਟ ਮੇਨ ਬਾਈਫਰਕੇਸ਼ਨ ਦੇ ਕੇਸਿਸ ਅਸੀਂ ਕਈ ਕੀਤੇ। ਇੱਕ ਹੋਰ ਬੜੀ ਇੱਥੇ ਅਸੀਂ ਚਲਾਇਆ ਹੈ ਐਕਮੋ ਮਸ਼ੀਨ ਹੈ ਜਿਹੜੀ ਕਿ ਲਾਈਫ ਸੇਵਿੰਗ ਹੈ, ਜਿਹੜੀ ਕਿ ਸਾਡੀ ਹਾਰਟ ਔਰ ਲੰਗਸ ਸਪੋਰਟ ਕਰਦੀ ਹੈ। ਇਹ ਕ੍ਰਿਟੀਕਲ ਸਿਚੁਏਸ਼ਨ 'ਚ ਜਾਨ ਬਚਾ ਸਕਦੀ ਹੈ। ਅਤੇ ਕਈ ਟਾਈਮ ਇਸ ਤਰ੍ਹਾਂ ਦੀ ਸਿਚੁਏਸ਼ਨ ਜਿੱਥੇ ਕਿ ਸਾਰੇ ਕਹਿੰਦੇ ਆ ਕਿ ਡੈਥ ਪੱਕੀ ਹੈ, ਇਸ ਤਰ੍ਹਾਂ ਦੇ ਮਰੀਜ਼ਾਂ ਦੇ ਵਿੱਚ ਕਈ ਵਾਰ ਜਾਨ ਨੂੰ ਮੋੜ ਦਿੰਦੀ ਆ। ਅਤੇ ਇਹ ਖਾਸ ਕਰਕੇ ਜਿਹਨਾਂ ਪੇਸ਼ੈਂਟ ਸ਼ੌਕ ਚਲੇ ਜਾਂਦੇ ਆ ਜਾਂ ਜਿਹਨਾਂ 'ਚ ਪੋਇਜ਼ਨਿੰਗ ਹੈ, ARDS ਹੈ, ਇਹਨਾਂ ਨੂੰ ਉਹਨਾਂ ਵਾਸਤੇ ਇਹ ਯੂਜ਼ਫੁਲ ਹੈ। ਮੈਂ ਇਸ ਮਸ਼ੀਨ ਬਾਰੇ ਇਹ ਕਹਾਂਗਾ, ਇਹ ਮਸ਼ੀਨ ਸਾਨੂੰ ਸਿਖਾਉਂਦੀ ਹੈ ਨੈਵਰ ਸੇ ਨੋ ਟੂ ਲਾਈਫ ਟਿਲ ਇਟ ਰੀਅਲੀ ਐਂਡਸ। ਅਤੇ ਮੈਂ ਤੁਹਾਨੂੰ ਇਹੀ ਯਕੀਨ ਦਿਲਾਣਾ ਚਾਹੁੰਦਾ, ਵੈਨ ਯੂ ਗੋ ਥਰੂ ਡੀਪ ਵਾਟਰਸ ਆਈ ਵਿਲ ਬੀ ਵਿਦ ਯੂ, ਫੇਥ ਰੱਖੋ। ਅਤੇ ਇਸ ਤਰ੍ਹਾਂ ਜਿਹੜਾ ਮੈਂ ਤੁਹਾਨੂੰ ਦੱਸਿਆ, ਐਕਮੋ ਦੀ ਮਸ਼ੀਨ ਹੈ, ਦੋ ਪ੍ਰਕਾਰ ਦੀ ਹੁੰਦੀ ਹੈ। ਇੱਕ ਲੰਗਸ ਨੂੰ ਸਪੋਰਟ ਕਰਦੀ ਆ, ਇੱਕ ਸਰਕੂਲੇਸ਼ਨ ਨੂੰ ਸਪੋਰਟ ਕਰਦੀ ਆ। ਸਾਡੇ ਕੋਲ ਦੋਨੋਂ ਤਰ੍ਹਾਂ ਦੀ ਜਿਹੜੀ ਫੈਸਿਲਿਟੀ ਇੱਥੇ ਅਵੇਲੇਬਲ ਹੈ। ਹੁਣ ਅੱਗੇ ਆਪਣੀ ਜਰਨੀ ਨੂੰ ਅੱਗੇ ਵਧਾਉਂਦੇ ਜਿਵੇਂ ਮੈਂ ਤੁਹਾਨੂੰ ਹਾਲੇ ਗੱਲਾਂ ਸਾਰੀਆਂ ਕੋਰੋਨਰੀਜ਼ ਦੀਆਂ ਦੱਸੀਆਂ, ਅਸੀਂ ਸਟਰਕਚਰਲ ਹਾਰਟ ਡਿਜ਼ੀਜ਼ ਵੱਲ ਵੱਧ ਗਏ ਹਾਂ, ਅਸੀਂ ਮਿਨੀਮਲ ਇਨਵੇਸਿਵ ਹਾਰਟ ਵੈਲਵਸ ਵੱਲ ਵੱਧ ਗਏ ਹਾਂ। ਜਿਵੇਂ ਇੱਥੇ ਅਸੀਂ ਪ੍ਰੈਸ ਕਾਨਫਰੰਸ ਕੀਤੀ, ਇੱਕ ਕੇਸ ਕੀਤਾ ਟ੍ਰਿਕ ਵੈਲਵ ਦਾ ਕੇਸ ਕੀਤਾ, ਟਰਾਂਸਕੈਥੇਟਰ ਬਾਈ ਕੇਬਲ ਵੈਲਵ ਅਸੀਂ ਯੂਜ਼ ਕੀਤੇ। ਉਹਦੇ ਵਿੱਚ ਇਹ ਇੱਕ ਟ੍ਰਾਈਕਸਪਿਡ ਰੀਜਰਜੀਟੇਸ਼ਨ ਵਾਸਤੇ ਨਵਾਂ ਸੋਲਿਊਸ਼ਨ ਜਿਹੜਾ ਹੈ ਟ੍ਰਿਕ ਵੈਲਵ ਜਿਹੜਾ ਸਾਹਮਣੇ ਆਇਆ ਹੈ, ਉਹ ਅਸੀਂ ਇੱਥੇ ਯੂਜ਼ ਕੀਤਾ ਹੈ। ਇਸ ਤੋਂ ਇਲਾਵਾ ਅਸੀਂ ਇੱਥੇ ਰਿਸਰਚ ਨੂੰ ਵੀ ਬੜਾਵਾ ਦੇ ਰਹੇ ਹਾਂ। ਸਾਡੀ ਟੀਮ ਰਿਸਰਚ ਦੀ ਜਿਹੜੀ ਹੈ ਦਿਨੋਂ ਦਿਨ ਵੱਧਦੀ ਚਲੀ ਜਾ ਰਹੀ ਹੈ। ਅਸੀਂ ਇੱਥੇ 3 ਟਰਾਇਲ ਸ਼ੁਰੂ ਕੀਤੇ ਹਨ। ਟੈਕਸੀਡੋ ਟਰਾਇਲ, ਆਈਕ੍ਰੇਮ ਰਜਿਸਟਰੀ ਸ਼ੁਰੂ ਕੀਤੀ ਹੈ ਅਤੇ ਇੱਕ ਸ਼ੌਕ ਟਰਾਇਲ ਸ਼ੁਰੂ ਕੀਤਾ ਹੈ। IVL ਦੇ ਉੱਤੇ ਟਰਾਇਲ ਸ਼ੁਰੂ ਕਰ ਰਹੇ ਹਾਂ। ਇਹ ਸਾਰੇ ਟਰਾਇਲਸ ਜਿਹੜੀ ਅਸੀਂ ਨੌਲੇਜ ਹੈ ਹਾਲੇ ਤੱਕ ਅਸੀਂ ਸਿਰਫ ਅੰਗਰੇਜ਼ਾਂ ਤੋਂ ਲੈ ਰਹੇ ਸੀ। ਇਹ ਫਸਟ ਟਾਈਮ ਹਿੰਦੁਸਤਾਨ ਦੇ ਵਿੱਚ ਹੈ ਜਿਹਦੇ ਕਿ ਅਸੀਂ ਰਿਸਰਚ ਕਰਕੇ ਇੱਥੇ ਨਵੇਂ ਉਪਾਅ ਕੱਢ ਰਹੇ ਹਾਂ, ਨਵੇਂ ਲੋਕਾਂ ਦੇ ਵਾਸਤੇ ਇਲਾਜ ਕੱਢ ਰਹੇ ਹਾਂ, ਤਾਂ ਕਿ ਇਹ ਅਸੀਂ ਅਸੈਸ ਕਰਦੇ ਹਾਂ ਕਿ ਮਰੀਜ਼ਾਂ ਦੇ ਵਿੱਚ ਜਿਹੜਾ ਅਸੀਂ ਇਲਾਜ ਕਰਦੇ ਹਾਂ ਉਹ ਕਿੰਨਾ ਸਫਲ ਹੋ ਰਿਹਾ ਹੈ ਅਤੇ ਕਿੰਨਾ ਅਸਫਲ ਹੋ ਰਿਹਾ ਹੈ। ਸਾਡਾ ਹਰ ਪੇਸ਼ੈਂਟ ਦਾ ਡਾਟਾ ਡਾਕੂਮੈਂਟਡ ਹੈ। ਸਭ ਦਾ ਅਸੀਂ ਆਪਣੇ ਫਖਰ ਨਾਲ ਕਹਿ ਸਕਦੇ ਹਾਂ ਕਿ ਹਾਲੇ ਸਾਡੇ ਜਿਹੜੇ ਬਹੁਤ ਚੰਗੇ ਰਿਜ਼ਲਟ ਸਾਹਮਣੇ ਆ ਰਹੇ ਹਨ। ਅਤੇ ਇਹਦੇ ਵਿੱਚ ਇਹੀ ਮੈਂ ਕਹਿਣਾ ਚਾਹਾਂਗਾ, ਇਫ ਯੂ ਵਾਂਟ ਟੂ ਗੋ ਫਾਸਟ ਗੋ ਅਲੋਨ, ਪਰ ਇਹਦੇ ਵਾਸਤੇ ਅਸੀਂ ਸਭ ਨਾਲ ਕੋਲੈਬੋਰੇਟ ਕਰਨਾ ਚਾਹੁੰਦੇ ਹਾਂ, ਬਿਕੋਜ਼ ਵੀ ਨੋ ਇਫ ਯੂ ਵਾਂਟ ਟੂ ਗੋ ਫਾਰ ਗੋ ਟੂਗੈਦਰ। ਅਸੀਂ ਆਪਣੇ ਕੁਲੀਗਸ ਨੂੰ, ਅਸੀਂ ਸਾਰੇ ਮੈਂਟਰਸ ਨੂੰ, ਆਪਣੇ ਸਾਰੇ ਜਿਹੜੇ ਸਾਡੇ ਤੋਂ ਕੁਛ ਨੌਲੇਜ ਚਾਹੁੰਦੇ ਹਨ, ਸਭ ਨੂੰ ਅਸੀਂ ਬੁਲਾਉਂਦੇ ਹਾਂ, ਸਭ ਨੂੰ ਅਸੀਂ ਨਿਯੁਕਤਾ ਦਿੰਦੇ ਹਾਂ ਕਿ ਸਾਡੇ ਨਾਲ ਰਹੋ। ਪਰ ਇੱਕ ਗੱਲ ਹਮੇਸ਼ਾ ਯਾਦ ਰੱਖੋ, ਪਬਲੀਕੇਸ਼ਨਸ ਅਤੇ ਪ੍ਰੈਜੈਂਟੇਸ਼ਨਸ ਅਸੀਂ ਜਿੰਨੀਆਂ ਵੀ ਕਰਦੇ ਹਾਂ, ਇੱਕ ਗੱਲ ਹਮੇਸ਼ਾ ਇਹ ਯਾਦ ਰੱਖਣਾ ਚਾਹੀਦਾ ਹੈ, ਅਸੀਂ ਬਹੁਤ ਸੋਹਣੀਆਂ ਇਮੇਜਸ ਦਿਖਾਉਂਦੇ ਹਾਂ ਤੁਹਾਨੂੰ ਕਿ ਇਹ ਅਸੀਂ ਕਰ ਦਿੱਤਾ, ਲੇਕਿਨ ਇੱਕ ਗੱਲ ਯਾਦ ਰੱਖਣੀ ਹੈ, ਜਿਹੜਾ ਵੀ ਅਸੀਂ ਪੇਸ਼ੈਂਟ ਹੈਂਡਲ ਕਰਦੇ ਹਾਂ ਜਾਂ ਜਿਹਦੀ ਵੀ ਅਸੀਂ ਇਮੇਜ ਦਿਖਾ ਰਹੇ ਹਾਂ, ਉਹ ਕਿਸੇ ਦੀ ਮਦਰ ਹੈ, ਉਹ ਕਿਸੇ ਦਾ ਫਾਦਰ ਹੈ, ਉਹ ਕਿਸੇ ਦੀ ਸਿਸਟਰ ਹੈ ਜਾਂ ਕਿਸੇ ਦੀ ਬ੍ਰਦਰ ਹੈ। ਇਸ ਲਈ ਅਸੀਂ ਬਹੁਤ ਸਾਰੀ ਕੈਥੇਟਰਾਈਜ਼ੇਸ਼ਨ ਪ੍ਰੋਸੀਜਰ ਜਿਹੜੇ ਹੈਗੇ ਆ ਅਸੀਂ ਕਰਦੇ ਹਾਂ, ਮੈਂਟਰ ਕਰਦੇ ਹਾਂ। ਬਟ ਇੱਕ ਬਹੁਤ ਅਸੀਂ ਕਹਿੰਦੇ ਹਾਂ ਕਿ ਇਟ ਇਜ਼ ਏ ਵੰਡਰਫੁਲ ਕੈਰੀਅਰ ਪਾਥ। ਪਰ ਮੇਰੀ ਐਡਵਾਈਸ ਇਹੀ ਹੈ ਸਭ ਡਾਕਟਰਾਂ ਨੂੰ, ਆਪਣੇ ਮਿੱਤਰਾਂ ਨੂੰ, ਕਿ ਜਿੰਨੇ ਵੀ ਮਰੀਜ਼ ਤੁਸੀਂ ਠੀਕ ਕਰਨੇ ਆ, ਹਮੇਸ਼ਾ ਇੱਕ ਹਿਊਮਨ ਸਾਈਡ ਜ਼ਰੂਰ ਦੇਖੋ, ਕਿਉਂਕਿ ਆਖਿਰ ਅਸੀਂ ਕੋਈ ਐਕਸਪੈਰੀਮੈਂਟ ਨਹੀਂ ਕਰਨੇ ਹੈ। ਅਸੀਂ ਸਭ ਤੋਂ ਪਹਿਲਾਂ ਦੇਖਣਾ ਹੈ ਹਿਊਮਨ ਐਂਗਲ ਦੇਖਣਾ ਹੈ। ਕੋਈ ਵੀ ਮਰੀਜ਼ ਟ੍ਰੀਟ ਕਰਨਾ ਹੈ, ਉਹਦਾ ਪਹਿਲੇ ਹਿਊਮਨ ਐਂਗਲ ਦੇਖਣਾ ਹੈ ਕਿ ਉਹਨੂੰ ਕੀ ਫਾਇਦਾ ਹੋ ਰਿਹਾ, ਉਹਨੂੰ ਕੀ ਨੁਕਸਾਨ ਹੋ ਰਿਹਾ। ਅਤੇ ਅਸੀਂ ਇਸ ਆਪਣੀ ਜਰਨੀ ਦੇ ਵਿੱਚ ਕੋਈ ਰਿਸਰਚਰ, ਕੋਈ ਫਿਜ਼ੀਸ਼ੀਅਨ, ਕੋਈ ਸਟੂਡੈਂਟ, ਕੋਈ ਮੈਂਟਰ ਜਿਹੜਾ ਸਾਡੇ ਨਾਲ ਕੋਲੈਬੋਰੇਟ ਕਰਨਾ ਚਾਹੁੰਦਾ ਹੈ ਉਹ ਵੈਲਕਮ ਹੈ। ਇਸ ਤੋਂ ਇਲਾਵਾ ਅਸੀਂ ਪੇਸਮੇਕਰਸ ਦੇ ਵਿੱਚ ਵੀ ਨਵੀਂ ਲੀਡ ਲਿੱਤੀ ਹੈ। ਅਸੀਂ ਹੁਣ ਇੱਕ ਡੂਅਲ ਚੈਂਬਰ ਪੇਸਮੇਕਰ ਇੱਥੇ ਪਾਇਆ ਹੈ, ਜਿਹਨੂੰ ਕਿ ਮਾਈਕਰਾ AV ਵੈਲਵ ਕਹਿੰਦੇ ਹਨ, ਜੋ ਕਿ ਨਾਰਦਰਨ ਰੀਜਨ ਦੇ ਵਿੱਚ ਪਹਿਲੀ ਵਾਰ ਅਸੀਂ ਇੱਥੇ ਪਾਇਆ ਹੈ। ਨਾਟ ਓਨਲੀ ਇਨ ਮਾਲਵਾ ਰੀਜਨ, ਪੂਰੇ ਨਾਰਦਰਨ ਇੰਡੀਆ ਦੇ ਵਿੱਚ ਪਹਿਲੀ ਵਾਰੀ ਸਾਡੇ ਸੈਂਟਰ ਦੇ ਵਿੱਚ ਪਿਆ ਹੈ।
ਇसी ਤਰ੍ਹਾਂ ਇੱਕ ਵਾਲਵ ਜਿਹੜੇ ਸਟੈਂਟ ਜਿਹੜੇ ਆਏ ਹਨ ਅੱਜ ਕੱਲ੍ਹ ਐਬਜ਼ੋਰਬੇਬਲ ਸਟੈਂਟਸ ਆ ਗਏ ਹਨ। ਉਹਦੇ ਵਿੱਚ ਇੱਕ ਇੰਡੀਅਨ ਕੰਪਨੀ ਨੇ ਇੱਕ ਸਟੈਂਟ ਕੱਢਿਆ ਹੈ, ਉਹ ਜਿਹੜਾ ਕਿ ਬਾਡੀ ਦੇ ਵਿੱਚ ਜਾ ਕੇ ਐਬਜ਼ੋਰਬ ਹੋ ਜਾਂਦਾ ਹੈ। ਉਹ ਸਟੈਂਟ ਅਸੀਂ ਪਹਿਲੀ ਵਾਰ ਇੱਥੇ ਮਾਲਵਾ ਰੀਜਨ ਦੇ ਵਿੱਚ ਪਹਿਲੀ ਵਾਰ ਯੂਜ਼ ਕੀਤਾ ਹੈ ਔਰ ਪੇਸ਼ੈਂਟ ਬਹੁਤ ਚੰਗਾ ਕਰ ਰਿਹਾ, ਫੋਲੋਅਪ ਦੇ ਵਿੱਚ ਮਹੀਨੇ ਵਾਸਤੇ ਆਇਆ ਹੈ ਔਰ ਇਹ ਸਟੈਂਟ ਜਿਹੜਾ ਹੈ ਬਾਡੀ ਦੇ ਵਿੱਚ ਡਿਜ਼ੋਲਵ ਹੋ ਜਾਂਦਾ ਹੈ 2 ਸਾਲ ਦੇ ਅੰਦਰ ਅੰਦਰ। ਅਤੇ ਇਸ ਤਰ੍ਹਾਂ ਦੀਆਂ ਨਵੀਆਂ ਚੀਜ਼ਾਂ ਅਸੀਂ ਦੇਖਦੇ ਰਹਿੰਦੇ ਹਾਂ, ਕਰਦੇ ਰਹਿੰਦੇ ਹਾਂ, ਐਕਸਪੈਰੀਮੈਂਟ ਕਰਦੇ ਰਹਿੰਦੇ ਹਾਂ। ਪਰ ਸਾਨੂੰ ਇੱਕ ਗੱਲ ਦਾ ਧਿਆਨ ਹੈ ਕਿ ਪੇਸ਼ੈਂਟ ਹੈ, ਉਹਦੇ 'ਚ ਲਾਈਫ ਹੈ, ਉਹਦੀ 'ਚ ਜ਼ਿੰਦਗੀ ਹੈ, ਉਹ ਸਾਡਾ ਭਰਾ ਹੈ, ਸਾਡਾ ਫਾਦਰ ਜਾਂ ਮਦਰ ਹੋ ਸਕਦੀ ਹੈ। ਇਸ ਲਈ ਇਹ ਗੱਲ ਹਮੇਸ਼ਾ ਧਿਆਨ ਵਿੱਚ ਰੱਖਣੀ ਚਾਹੀਦੀ ਹੈ। ਥੈਂਕ ਯੂ ਵੈਰੀ ਮਚ। ਡਾਕਟਰ ਸਾਹਿਬ, ਜਿਸ ਤਰੀਕੇ ਨਾਲ ਤੁਹਾਡਾ ਸਫ਼ਰ ਜਿਹੜਾ ਹੈਗਾ ਉਹ ਬਹੁਤ ਉਚਾਈਆਂ ਨੂੰ ਛੂਹ ਰਿਹਾ ਹੈਗਾ ਔਰ ਜਿਸ ਤਰੀਕੇ ਦੇ ਨਾਲ ਤੁਸੀਂ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਦੇ ਕਿ ਜਿਸ ਦਿਨ 7 ਸਾਲ ਪਹਿਲਾਂ ਤੋਂ ਅਗਰ ਆਪਾਂ ਗੱਲ ਕਰ ਲਈਏ ਮੈਕਸ ਜਦੋਂ ਤੁਸੀਂ ਜੁਆਇਨ ਕੀਤਾ ਸੀਗਾ, ਉਸ ਤੋਂ ਲਗਾ ਕੇ ਤੁਸੀਂ ਮੈਕਸ ਦਾ ਵੀ ਜਿਹੜਾ ਹੈਗਾ ਹਾਰਟ ਵਾਲਾ ਜਿਹੜਾ ਸਿਸਟਮ ਹੈਗਾ, ਕੈਥ ਲੈਬ ਦੀ ਆਪਾਂ ਗੱਲ ਕਰ ਲਈ, ਹੋਰ ਨਕਸ਼ਾ ਹੀ ਬਦਲ ਕੇ ਰੱਖਤਾ। ਕੀ ਕਹਿਣਾ ਚਾਹੋਗੇ ਕਿ ਤੁਹਾਨੂੰ ਆਪਣੇ ਆਪ ਨਾਲ ਮਤਲਬ ਤੁਸੀਂ ਆਪਣੇ ਆਪ ਨੂੰ ਸੈਟਿਸਫਾਈ ਮਤਲਬ ਹਮੇਸ਼ਾ ਤੁਸੀਂ ਕਵਾਇਦ 'ਚ ਲੱਗੇ ਰਹਿੰਦੇ ਹੋ ਵੀ ਹੋਰ ਕੀ ਹੈ ਤਾਂ ਹੋਰ ਕੀ? ਕਿਉਂਕਿ ਜਿੱਦਾਂ ਆਪਾਂ ਸਟੰਟ ਦੀ ਗੱਲ ਕਰ ਲਈਏ, ਪਹਿਲਾਂ ਸਟੰਟ ਦਾ ਹੀ ਜਿਹੜਾ ਸਿਸਟਮ ਸੀਗਾ, ਹੁਣ ਸਟੰਟਾਂ ਤੋਂ ਵਾਲਵਸ ਦੇ ਉੱਤੇ ਵੀ ਆ ਗਏ, ਐਕਮੋ ਆ ਗਈ ਹੈਗੀ ਆ, ਹੋਰ ਨਵੇਂ ਪ੍ਰੋਸੀਜਰਸ ਔਰ ਨਵੇਂ ਜਿੱਦਾਂ ਤੁਸੀਂ ਹਮੇਸ਼ਾ ਈਗਰ ਹੁੰਦੇ ਆ ਕਿ ਮੈਂ ਸਟੂਡੈਂਟਸ ਨੂੰ ਜਿਹੜਾ ਹੈਗਾ ਗਾਈਡ ਕਰਨਾ ਹੈਗਾ, ਡਾਕਟਰਸ ਨੂੰ ਗਾਈਡ ਕਰਨਾ ਕਿ ਇਕੱਲਾ ਮੈਂ ਇੱਥੇ ਮਾਲਵੇ ਦੇ ਵਿੱਚ ਕਿੰਨੇ ਪੇਸ਼ੈਂਟ ਬਚਾ ਸਕਦਾ, ਪਰ ਤੁਸੀਂ ਚਾਹੁੰਦੇ ਹੋ ਜਿੱਦਾਂ ਸਾਰੇ ਵਰਲਡ ਦੇ ਵਿੱਚ ਮੇਰਾ ਜਿਹੜਾ ਹੈਗਾ ਇਹ ਨੈਟਵਰਕ ਫੈਲੇ ਔਰ ਮੈਂ ਉਹਨਾਂ ਨੂੰ ਵੀ ਗਾਈਡ ਕਰਾਂ ਵੀ ਨਹੀਂ ਭਾਈ ਇੱਦਾਂ ਵੀ ਪੇਸ਼ੈਂਟ ਬਚ ਸਕਦੇ ਆ। ਬਿਲਕੁਲ ਠੀਕ ਹੈ। ਸਾਡੀ ਇੱਕ ਜਿਹੜੀ ਇੱਛਾ ਹੈ ਇਹੀ ਹੈ, ਸਾਡੀ ਇੱਕ ਜਗਿਆਸੂ ਕਹਿ ਸਕਦੇ ਹਾਂ ਕਿ ਨੇਚਰ ਹੈ ਜਿਹਦੇ ਵਿੱਚ ਅਸੀਂ ਹਮੇਸ਼ਾ ਚਾਹੁੰਦੇ ਹਾਂ ਕਿ ਨਵੀਆਂ ਚੀਜ਼ਾਂ ਦੇਖਦੇ ਰਹੀਏ, ਨਵੀਆਂ ਕਿਉਂਕਿ ਇਹੀ ਚੀਜ਼ਾਂ ਹਨ ਜਿਹੜੀਆਂ ਪੇਸ਼ੈਂਟ ਦੀ ਆਊਟਕਮ ਦੇ ਵਿੱਚ ਨਤੀਜੇ ਦੇ ਵਿੱਚ ਜਿਵੇਂ ਐਗਜ਼ਾਮਪਲ ਤੌਰ 'ਤੇ ਜਿੱਦਾਂ ਅਸੀਂ ਆਈਵਸ ਯੂਜ਼ ਕਰ ਰਹੇ ਹਾਂ ਜਾਂ OCT ਯੂਜ਼ ਕਰਦੇ ਹਾਂ ਅਤੇ ਉਹ ਅਸੀਂ ਸਟੈਂਟ ਨੂੰ ਅਸੀਂ ਚੰਗੇ ਤਰੀਕੇ ਨਾਲ ਬਿਠਾ ਰਹੇ ਹਾਂ। ਅਲਟੀਮੇਟ ਫਾਇਦਾ ਉਹਦਾ ਜਿਹੜਾ ਹੈ ਔਰ ਸਾਡੀ ਅਪਰੋਚ ਰਿਸਰਚ ਦੇ ਵਿੱਚ ਬਿਲਕੁਲ ਥਿਓਰੈਟੀਕਲ ਨਹੀਂ ਰਹਿੰਦੀ ਹੈ। ਸਾਡੀ ਅਪਰੋਚ ਇਹ ਹੁੰਦੀ ਹੈ ਕਿ ਜਿਹੜੀ ਕਿ ਪੇਸ਼ੈਂਟ ਸੈਂਟਰਿਕ ਹੁੰਦੀ ਹੈ, ਜਿਹਦੇ ਵਿੱਚ ਅਸੀਂ ਪੇਸ਼ੈਂਟ ਨੂੰ ਵੱਧ ਤੋਂ ਵੱਧ ਫਾਇਦਾ ਦੇ ਸਕੀਏ। ਸਾਨੂੰ ਖੁਸ਼ੀ ਤਾਂ ਹੀ ਮਿਲਦੀ ਹੈ ਕੋਈ ਕੰਮ ਕਰਨ ਦੀ ਜਾਂ ਰਿਸਰਚ ਕਰਨ ਦੀ ਜਾਂ ਕੋਈ ਅੱਗੇ ਨਵੀਂ ਚੀਜ਼ ਕਰਨ ਦੀ ਜਿਹਦੇ ਵਿੱਚ ਮਰੀਜ਼ ਨੂੰ ਬੈਨੀਫਿਟ ਹੁੰਦਾ ਹੈ। ਅਸੀਂ ਇਹੀ ਚਾਹੁੰਦੇ ਹਾਂ ਸਾਡੀ ਜ਼ਿੰਦਗੀ, ਸਾਡੀ ਜਿਹੜੀ ਸੋਚ ਜਿਹੜੀ ਹੈ ਜਗਿਆਸੂ ਸੋਚ ਹੈ, ਅੱਗੇ ਵੱਧਦੇ ਹਾਂ। ਨੌਲੇਜ ਤੁਸੀਂ ਜਾਣਦੇ ਹੋ, ਨੌਲੇਜ ਆਪਣੇ ਕੋਲ ਰੱਖ ਕੇ ਨਹੀਂ ਵੱਧਦੀ, ਨੌਲੇਜ ਵੱਧਦੀ ਹੈ ਜਦੋਂ ਅਸੀਂ ਇੱਕ ਦੂਜੇ ਨਾਲ ਉਹਦਾ ਕਲਚਰੇਸ਼ਨ ਕਰਦੇ ਹਾਂ। ਨਾ ਕੇਵਲ ਹਿੰਦੁਸਤਾਨ ਦੇ ਵਿੱਚ ਵਿਦੇਸ਼ਾਂ ਵਿੱਚ ਜਾ ਕੇ ਟੂਰ ਕਰਕੇ ਉੱਥੇ ਜਾ ਕੇ ਅਸੀਂ ਲੈਕਚਰ ਦਿੰਦੇ ਹਾਂ। ਲੈਕਚਰ ਦੇਣਾ ਹੀ ਇੱਕ ਬੜੀ ਵੱਡੀ ਸਟੂਡੈਂਟ ਜੋ ਇੱਕ ਲੈਕਚਰ ਹੁੰਦਾ ਹੈ ਉਹਨੂੰ ਸਟੂਡੈਂਟਸ ਨੂੰ ਤਿਆਰ ਕਰਨ ਵਾਸਤੇ ਉਸ ਟੌਪਿਕ ਬਾਰੇ ਇੰਨਾ ਚੰਗੀ ਤਰ੍ਹਾਂ ਪੜ੍ਹਨਾ ਪੈਂਦਾ ਹੈ। ਮੈਂ ਕਹਾਂਗਾ ਕਿ ਜਿਹੜਾ ਲੈਕਚਰ ਦਿੰਦਾ ਹੈ ਉਹ ਸਭ ਤੋਂ ਵੱਡਾ ਸਟੂਡੈਂਟ ਉਹ ਖੁਦ ਹੁੰਦਾ ਹੈ। ਇਸ ਕਰਕੇ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਧਿਆਨ ਰੱਖਦੇ ਹੋਏ ਅਸੀਂ ਸਾਰੀ ਜਿਹੜੀ ਨੌਲੇਜ ਨੂੰ ਡਿਸਿਪੇਟ ਕਰਦੇ ਹਾਂ ਤਾਂ ਕਿ ਵੱਧ ਤੋਂ ਵੱਧ ਲੋਕ ਇਹਨੂੰ ਸਿੱਖ ਸਕਣ, ਵੱਧ ਤੋਂ ਵੱਧ ਲੋਕ ਇਹਨਾਂ ਚੀਜ਼ਾਂ ਦੇ ਆ ਸਕਣ। ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਅਸੀਂ ਨਵੀਆਂ ਕਰਦੇ ਹਾਂ ਪਰ ਉਹਨੂੰ ਅਸੀਂ ਪਰਖ ਕੇ ਪੁਰਾਣੇ ਦੇਖ ਕੇ ਲਿਟਰੇਚਰ ਕਿ ਇਹ ਜਿਹੜੀ ਚੀਜ਼ ਹੈ ਪਹਿਲੀ ਪੂਰੀ ਫੁੱਲੀ ਟੈਸਟਡ ਹੈ ਜਾਂ ਨਹੀਂ ਹੈ, ਉਹੀ ਅਸੀਂ ਕਲੀਨਿਕਲ ਪ੍ਰੈਕਟਿਸ ਦੇ ਵਿੱਚ ਲਿਆਉਂਦੇ ਹਾਂ। ਡਾਕਟਰ ਸਾਹਿਬ ਗੱਲ ਕਰ ਲਈਏ ਮੈਕਸ ਦੇ ਨੈਟਵਰਕ ਦੀ, ਕਿਉਂਕਿ ਇੱਥੇ ਸਫਾਈ ਦੀ ਗੱਲ, ਇਹ ਮਲਟੀ ਸਪੈਸ਼ਲਿਟੀ ਹਸਪੀਟਲ ਆ, ਇੱਥੇ ਹਰ ਤਰ੍ਹਾਂ ਦੇ ਡਾਕਟਰ ਤੁਹਾਡੇ ਕੋਲ ਨੇ। ਹਾਰਟ ਵਾਲਾ ਪੇਸ਼ੈਂਟ ਆ ਜਿਹੜਾ ਕਈ ਵਾਰੀ ਉਹਨੂੰ ਹੋਰ ਜਿਹੜੀ ਹੈਗੀਆਂ ਮਲਟੀਪਲ ਪ੍ਰੋਬਲਮਸ ਜਿਹੜੀਆਂ ਹੈਗੀਆਂ ਉਹ ਫੇਸ ਕਰਦਾ ਹੁੰਦਾ ਔਰ ਉਹਦੇ ਲਈ ਵੀ ਤੁਹਾਡੇ ਕੋਲ ਹਰ ਤਰ੍ਹਾਂ ਦਾ ਜਿਹੜਾ ਹੈਗਾ ਇੱਥੇ ਇਨਫਰਾਸਟਰਕਚਰ ਹੈਗਾ, ਹਰ ਤਰ੍ਹਾਂ ਦੇ ਤੁਹਾਡੇ ਕੋਲ ਡਾਕਟਰ ਹੈਗੇ ਆ। ਕੀ ਕਹਿਣਾ ਚਾਹੋਗੇ ਕਿ ਇੱਕ ਕੰਪਲੀਟ ਜਿਹੜਾ ਸੈਂਟਰ ਹੈ ਜਿਹਦੇ ਵਿੱਚ ਤੁਸੀਂ ਹਾਰਟ ਵਾਲਾ ਪੇਸ਼ੈਂਟ ਇੱਕ ਵਾਰੀ ਇਸ ਛੱਤ ਦੇ ਨੀਚੇ ਆ ਜਾਂਦਾ ਤਾਂ ਉਸ ਤੋਂ ਬਾਅਦ ਵਿੱਚ ਉਹਨੂੰ ਕਾਫੀ ਵੱਡਾ ਫਾਇਦਾ ਜਿਹੜਾ ਹੁੰਦਾ? ਹਾਂ, ਬਿਲਕੁਲ ਠੀਕ ਗੱਲ ਹੈ ਕਿ ਮਲਟੀ ਸਪੈਸ਼ਲਿਟੀ ਹਸਪੀਟਲ ਦਾ ਕੰਸੈਪਟ ਹੀ ਇਹੀ ਹੈ ਕਿ ਮਰੀਜ਼ ਨੂੰ ਕਿਉਂਕਿ ਦੇਖੋ ਜਿਹੜੀ ਵੀ ਬਿਮਾਰੀ ਹੁੰਦੀ ਹੈ ਸਾਡੇ ਸਰੀਰ ਦੇ ਸਾਰੇ ਅੰਗ ਇੰਟਰਕਨੈਕਟਡ ਹੈ। ਜੇ ਹਾਰਟ ਦੀ ਪ੍ਰੋਬਲਮ ਹੁੰਦੀ ਹੈ ਉਹਨੂੰ GIT ਦੀ ਪ੍ਰੋਬਲਮ ਵੀ ਨਾਲ ਬੈਠ ਸਕਦੀ ਹੈ ਜਾਂ ਕਿਡਨੀ ਗੁਰਦੇ ਫੇਲ ਹੋ ਸਕਦੇ ਹੈ ਜਾਂ ਲਿਵਰ ਦੇ ਵਿੱਚ ਫੇਲੀਅਰ ਆ ਸਕਦਾ ਹੈ। ਅਤੇ ਇਹ ਸਾਰੀਆਂ ਚੀਜ਼ਾਂ ਹਨ ਜਦੋਂ ਅਸੀਂ ਇਲਾਜ ਕਰਦੇ ਹਾਂ ਤਾਂ ਇੱਕ ਕੰਪਰੀਹੈਂਸਿਵ ਛੱਤ ਚਾਹੀਦੀ ਹੈ ਜਿਹਦੇ ਵਿੱਚ ਹਰ ਤਰ੍ਹਾਂ ਦੀ ਫੈਸਿਲਿਟੀ ਅਵੇਲੇਬਲ ਹੋਵੇ ਅਤੇ ਹਰ ਤਰੀਕੇ ਦੇ ਨਾਲ ਇਲਾਜ ਹੋ ਸਕੇ। ਬਸ ਆਪਣਾ ਏਰੀਆ ਜਿਹੜਾ ਮਾਲਵੇ ਦਾ ਜਿੱਥੇ ਆਪਾਂ ਬੈਠੇ ਹਾਂ, ਬਠਿੰਡੇ ਦੀ ਗੱਲ ਕਰੀਏ, ਆਸ-ਪਾਸ ਦੇ ਇਲਾਕੇ ਦੀ ਗੱਲ ਕਰ ਲਈਏ ਤਾਂ ਇੱਥੇ ਜਿਹੜਾ ਹੈਗਾ ਮਲਾਈਆਂ ਮੱਖਣ ਜਿਹੜੇ ਹੈਗੇ ਆ ਜ਼ਿਆਦਾ ਲੋਕ ਖਾਂਦੇ ਨੇ ਔਰ ਲੋਕਾਂ ਨੂੰ ਇਹ ਲੱਗਦਾ ਵੀ ਜੇ ਅਸੀਂ ਐਂਜੀਓਗ੍ਰਾਫੀ ਕਰਾਈ ਤਾਂ ਐਂਜੀਓਪਲਾਸਟੀ ਹੋ ਹੀ ਜਾਊਗੀ।
ਕੀ ਕਹਿਣਾ ਚਾਹੋਗੇ ਕਿ ਪਹਿਲਾਂ ਹੀ ਨਾੜੀਆਂ ਜਿਹੜੀਆਂ ਹੈਗੀਆਂ ਇੰਨਾ ਕੁਝ ਖਾ ਕੇ, ਇੰਨਾ ਸਵੇਰ ਬ੍ਰੇਕਫਾਸਟ ਮੋਟੇ ਕਰਕੇ, ਦੁਪਹਿਰੇ ਫਿਰ ਲੰਚ ਕਰਕੇ, ਸ਼ਾਮ ਨੂੰ ਫਿਰ ਸਨੈਕਸ ਲੈ ਕੇ, ਰਾਤ ਨੂੰ ਫਿਰ ਮਲਾਈਆਂ ਵਾਲੇ ਤੇ ਅੰਬਾਂ ਵਾਲੇ ਦੁੱਧ ਪੀ ਕੇ ਤੇ ਵਧੀਆ ਤਲਿਆ ਤੁਲਿਆ ਖਾ ਖੂ ਕੇ, ਕੀ ਕਹਿਣਾ ਚਾਹੋਗੇ ਕਿ ਜਿਹੜਾ ਅੱਜ ਸਾਡਾ ਸਿਸਟਮ ਹੈਗਾ ਉਹ ਤਾਂ ਉਹੀ ਆ ਜਿਹੜਾ ਬਹੁਤ ਸਾਲ ਪਹਿਲਾਂ ਸੀਗਾ ਖਾਣ ਪੀਣ ਦਾ, ਲੇਕਿਨ ਜਿਹੜੀ ਐਕਸਰਸਾਈਜ਼ ਹੈਗੀ ਆ, ਸਾਈਕਲ ਚਲਾਉਣਾ, ਖੇਤਾਂ 'ਚ ਕੰਮ ਕਰਨਾ, ਆਪ ਤੁਰ ਕੇ ਜਾਣਾ, ਪੌੜੀਆਂ ਚੜ੍ਹਨੀਆਂ, ਕੀ ਕਹਿਣਾ ਚਾਹੋਗੇ? ਬਿਲਕੁਲ ਠੀਕ ਹੈ। ਸਾਡਾ ਖਾਣ ਪੀਣ ਦਾ ਚੇਂਜ ਹੋ ਗਿਆ ਹੈ ਕਾਫੀ। ਵੈਸਟਰਨਾਈਜ਼ ਜਿੱਦਾਂ ਬਰਗਰਸ ਹੈ, ਉਸ ਤਰ੍ਹਾਂ ਦੀਆਂ ਨਵੀਂ ਜਗ੍ਹਾ ਆਈਆਂ ਹਨ ਜਿਹਦੇ ਵਿੱਚ ਅਸੀਂ ਜ਼ਿਆਦਾ ਫੈਟਸ ਵਗੈਰਾ ਲੈਣਾ ਸ਼ੁਰੂ ਕਰ ਦੇਣੇ ਹਨ, ਨੌਨ ਵੈਜ ਜ਼ਿਆਦਾ ਯੂਜ਼ ਹੋਣਾ ਸ਼ੁਰੂ ਹੋ ਗਿਆ। ਇਸ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ ਹਨ ਅਤੇ ਉਹ ਸਾਰੀ ਜਿਹੜੀ ਹੈ ਨੌਲੇਜ ਬਹੁਤ ਜ਼ਰੂਰੀ ਹੈ ਪ੍ਰੀਵੈਂਸ਼ਨ ਵਾਸਤੇ। ਇਹ ਸਾਰੀ ਪ੍ਰੀਵੈਂਸ਼ਨ ਦੇ ਵਿੱਚ ਸਾਰੀ ਆਉਂਦੀ ਹੈ, ਉਹਦੇ ਵਿੱਚ ਪ੍ਰੀਵੈਂਸ਼ਨ ਵਾਸਤੇ ਸਾਰੀ ਜ਼ਰੂਰੀ ਹੈ। ਕਦੀ ਸਾਨੂੰ ਮੌਕਾ ਮਿਲਦਾ ਹੈ ਤਾਂ ਅਸੀਂ ਇਸ ਬਾਰੇ ਵਿੱਚ ਵਿਸਤਾਰ ਦੇ ਵਿੱਚ ਪੂਰਾ ਗੱਲ ਕਰਾਂਗੇ। ਅਸੀਂ ਪ੍ਰੀਵੈਂਸ਼ਨ ਦੇ ਵਿੱਚ ਕੀ ਕਰ ਸਕਦੇ ਹਾਂ, ਡਾਇਟ ਦੇ ਵਿੱਚ ਕੀ ਕਰ ਸਕਦੇ ਹਾਂ, ਇਹ ਪੂਰਾ ਇੱਕ ਟੌਪਿਕ ਹੈ। ਐਕਸਰਸਾਈਜ਼ ਵਿੱਚ ਕੀ ਕਰ ਸਕਦੇ ਹਾਂ, ਇਹਨਾਂ ਗੱਲਾਂ ਨੂੰ ਮੇਰਾ ਅੱਜ ਦਾ ਮੇਨ ਮਕਸਦ ਜਿਹੜਾ ਤੁਹਾਨੂੰ ਇੱਥੇ ਦੱਸਣ ਦਾ ਸੀ ਕਿ ਇੰਟਰਵੈਂਸ਼ਨਲ ਕਾਰਡੀਓਲੋਜੀ ਦੇ ਵਿੱਚ ਅਸੀਂ ਕੀ ਅੱਗੇ ਵਧੇ ਹਾਂ, ਅਤੇ ਮੈਂ ਉਹ ਸ਼ਾਇਦ ਤੁਹਾਨੂੰ ਕਮਿਊਨੀਕੇਟ ਕਰਨ ਦੇ ਵਿੱਚ ਸ਼ਾਇਦ ਸਫਲ ਹੋਇਆ। ਡਾਕਟਰ ਸਾਹਿਬ, ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸਰ, ਥੈਂਕ ਯੂ।